ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਿਮਰਨ ਤੇ ਤੁਸੀਂ ਇਸ ਵਕਤ ਵੇਖ ਰਹੇ ਹੋ ਸਾਡਾ ਅੱਜ ਦਾ ਸਪੈਸ਼ਲ ਐਪੀਸੋਡ ਵੂਮਨਸ ਡੇ ਸਪੈਸ਼ਲ। ਤੇ ਅੱਜ ਮੈਂ ਤੁਹਾਨੂੰ ਉਹਨਾਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਵਾਵਾਂਗੀ ਜਿਨ੍ਹਾਂ ਨੇ ਇੱਕ ਜਿਹੜੇ ਤਾਨੇ ਕੁੜੀਆਂ ਨੂੰ ਦਿੰਦੇ ਆ ਕਿ ਤੂੰ ਇਹ ਨਹੀਂ ਕਰ ਸਕਦੀ, ਤੂੰ ਉਹ ਨਹੀਂ ਕਰ ਸਕਦੀ, ਤੂੰ ਕੁੜੀ ਹੈ, ਤੂੰ ਇਹ ਕਿੱਦਾਂ ਕਰ ਸਕਦੀ ਹੈ। ਕੁੜੀ ਦੇ ਹੱਥ 'ਚ ਤਾਂ ਵੇਲਣ ਚੰਗਾ ਲੱਗਦਾ, ਸਟੀਅਰਿੰਗ ਨਹੀਂ। ਤੇ ਅੱਜ ਉਹਨਾਂ ਸਾਰੀਆਂ ਔਰਤਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਵਾਂਗੀ ਜਿਨ੍ਹਾਂ ਨੇ ਇਹ ਸਾਰੇ ਤਾਨਿਆਂ ਨੂੰ, ਇਹ ਸਾਰੇ ਮਿਹਣਿਆਂ ਨੂੰ ਗਲਤ ਸਾਬਿਤ ਕੀਤਾ ਹੈ। ਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਸਾਡੇ ਅਮਰਜੀਤ ਕੌਰ ਢਿੱਲੋਂ ਜੀ ਦਾ, ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਸਾਲ ਸਾਡੇ ਸਮਾਜ ਦੇ ਲਈ ਸਿਰਜੀ ਹੈ। ਤੇ ਸਵਾਗਤ ਕਰਦੀ ਹਾਂ ਮੈਂ ਉਹਨਾਂ ਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਪਹਿਲਾਂ ਤਾਂ ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ, ਤੇ ਬਹੁਤ ਬਹੁਤ ਥੈਂਕ ਯੂ ਵੀ ਮੈਂ ਤੁਹਾਡਾ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਸਾਡੇ ਲਈ ਕੱਢਿਆ। ਮੈਂ ਵੀ ਅੱਜ ਤੁਹਾਡਾ ਧੰਨਵਾਦ ਕਰਦੀ ਹਾਂ ਜੀ, ਤੁਸੀਂ ਮੈਨੂੰ ਇਸ ਸ਼ੋਅ 'ਚ ਬੁਲਾਇਆ ਤੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇ ਰਹੇ ਹੋ। ਥੈਂਕ ਯੂ ਮੈਮ। ਸਭ ਤੋਂ ਪਹਿਲਾਂ ਮੈਮ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਐਂਬੂਲੈਂਸ ਦੀ ਸਰਵਿਸ ਜਿਹੜੀ ਹੈ ਤੁਸੀਂ ਦੇ ਰਹੇ ਹੋ? 20 ਸਾਲ ਹੋ ਗਏ ਜੀ। 20 ਸਾਲ? ਹਾਂਜੀ, 2000 ਵਿੱਚ ਮੈਂ ਸ਼ੁਰੂ ਕੀਤਾ ਸੀ ਇਹ ਕੰਮ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੈਂਕ ਵਿੱਚ ਲੱਗੀ ਹੋਈ ਸੀ ਸਰਵਿਸ। ਅੱਛਾ। ਤੇ ਉੱਥੇ VRS ਦੀ ਸਕੀਮ ਆਈ ਤੇ ਮੈਂ ਹਲਕਾ ਫੁਲਕਾ PGI ਜਾਂਦੀ ਸੀ ਪੇਸ਼ੈਂਟਸ ਨੂੰ ਹੈਲਪ ਕਰਨ, ਜਿਸ ਤਰ੍ਹਾਂ ਦੀ ਵੀ ਮੈਂ ਕਰ ਸਕਦੀ ਸੀ। ਤੇ ਜਦੋਂ ਮੈਂ ਥੋੜਾ ਜਾਂਦੀ ਸੀ ਤਾਂ ਉੱਥੇ ਮੈਨੂੰ ਇੱਕ ਬੱਚੇ ਦੀ ਡੈਥ ਹੋਈ ਜਿਹੜਾ ਕਿ ਗੋਰਖਪੁਰ ਤੋਂ ਆਇਆ ਹੋਇਆ ਸੀ। ਅੱਛਾ। ਤੇ ਮੋਰਚਰੀ ਦੇ ਬਾਹਰ ਬੈਠੇ ਹੋਏ ਸੀ ਤੇ ਦੇ ਵਰ ਨਾਟ ਕੈਪੇਬਲ ਆਫ ਟਰਾਂਸਪੋਰਟਿੰਗ ਦੀ ਬੋਡੀ ਔਰ ਦ ਡੈਡ ਬੋਡੀ ਯੂ ਕੈਨ ਸੇ ਟੂ ਗੋਰਖਪੁਰ ਦੈਟ ਫਾਰ। ਉਹ ਲਿਜਾ ਨਹੀਂ ਸਕਦੇ ਸੀਗੇ ਤੇ ਦੇ ਵਰ ਇਨ ਸਰਚ ਕਿ ਅਸੀਂ ਕਿਸੇ ਤਰੀਕੇ ਨਾਲ ਵੀ ਇੱਥੇ ਇਹਦਾ ਅੰਤਮ ਰਸਮਾਂ ਨੂੰ ਪੂਰਾ ਕਰੀਏ ਜੀ। ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਬੈਠੇ ਹੋ, ਤਾਂ ਉਹਨਾਂ ਨੇ ਮੈਨੂੰ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਉਹ ਹਾਲਾਤ ਉਹਨਾਂ ਨੇ ਮੈਨੂੰ ਦੱਸੇ। ਤੇ ਜਿੰਨਾ ਕਿ ਮੈਨੂੰ ਪਤਾ ਸੀ ਵੀ ਰੈੱਡ ਕਰਾਸ ਕੋਲ ਐਂਬੂਲੈਂਸਿਸ ਹੁੰਦੀਆਂ ਐਂਡ ਕੱਪੜਾ ਖਰੀਦੀਦਾ, ਆਪਾਂ ਘਰਾਂ 'ਚ ਦੇਖਦੇ ਹਾਂ, ਆਪਾਂ ਵਾਈਟ ਕਲੋਥ ਖਰੀਦਦੇ ਹਾਂ ਫॉर ਦਾ ਕਫਨ ਜਿਹਨੂੰ ਆਪਾਂ ਕਹਿੰਦੇ ਹਾਂ, ਕੱਪੜਾ ਖਰੀਦੀਦਾ ਤੇ ਸੰਸਕਾਰ ਕਰੀਦਾ। ਮੈਂ ਜਿਵੇਂ ਇੱਕ ਆਪਾਂ ਪਰਿਵਾਰ ਦੇ ਵਿੱਚ ਇਸ ਕੰਮ ਨੂੰ ਕਰਦੇ ਹਾਂ, ਮੈਂ ਉਸ ਤਰ੍ਹਾਂ ਕੱਪੜਾ ਖਰੀਦਿਆ, ਰੈੱਡ ਕਰਾਸ ਵਾਲਿਆਂ ਤੋਂ ਐਂਬੂਲੈਂਸ ਮੰਗਾਈ, ਉਹ ਸਾਰੇ ਪਰਿਵਾਰ ਨੂੰ ਉਹਦੇ ਵਿੱਚ ਬਿਠਾਇਆ ਤੇ ਅਸੀਂ ਆਪਣੇ ਚੰਡੀਗੜ੍ਹ ਲੋਕਲ 25 ਸੈਕਟਰ 'ਚ ਕ੍ਰੀਮੇਟਰੀਅਮ ਹੈਗਾ ਉਹਦੇ ਵਿੱਚ ਲੈ ਕੇ ਗਈ ਤੇ ਉੱਥੇ ਉਹਦੀਆਂ ਅੰਤਮ ਰਸਮਾਂ ਅਸੀਂ ਨਿਭਾਈਆਂ। ਤੇ ਜਿਹੜੀ ਗੱਲ ਮੈਂ ਤੁਹਾਨੂੰ ਇੱਕ ਦੱਸਣੀ ਹੈਗੀ ਕੋਇਨਸੀਡੈਂਟ ਇਸ ਗੱਲ ਦਾ, ਜਿਸ ਦਿਨ ਉਸ ਬੱਚੇ ਨੂੰ ਅਸੀਂ ਕ੍ਰੀਮੇਟ ਕੀਤਾ ਕੋਇਨਸੀਡੈਂਟਲੀ ਉਹਦਾ ਉਸ ਦਿਨ ਬਰਥਡੇ ਸੀਗਾ। ਮੈਂ ਤੁਹਾਨੂੰ ਬੜੀ ਹਾਰਟ ਟਚਿੰਗ ਗੱਲ ਦੱਸਣੀ ਹੈ। ਉਹਨੇ, ਮੈਂ ਜਿਵੇਂ ਆਪਾਂ ਕਿਸੇ ਨੂੰ ਪੁੱਛਦੇ ਨਾ ਮਰਨ ਤੋਂ ਪਹਿਲਾਂ ਤੇਰੀ ਆਖਰੀ ਇੱਛਾ ਹੈ ਕੋਈ, ਮੈਂ ਉਹਦੇ ਮਦਰ ਨੂੰ ਪੁੱਛਿਆ ਵੀ ਇਹਦੀ ਕੋਈ ਆਖਰੀ ਇੱਛਾ ਸੀ। ਉਹ ਕਹਿੰਦੀ ਵੀ ਅੱਜ ਇਹਦਾ ਜਨਮ ਦਿਨ ਹੈ, ਅੱਜ ਇਹਦਾ ਜਨਮ ਦਿਨ ਹੈ ਐਂਡ ਇਹ 1-2 ਦਿਨ ਪਹਿਲਾਂ ਤੋਂ ਹੀ ਆਪਣਾ ਐਕਸਾਈਟਡ ਸੀਗਾ ਵੀ ਆਪਾਂ ਮਾਂ ਹਮ ਜਨਮ ਦਿਨ ਮਨਾएंगे, केक काटेंगे, कैंडल जलाएंगे। मैं सोचा भी आखिरी इच्छा ਤਾਂ ਬੰਦਾ ਸੋਚਦਾ ਵੀ ਕਿਸੇ ਦੀ ਵੀ ਅਧੂਰੀ ਨਹੀਂ ਰਹਿਣੀ ਚਾਹੀਦੀ। ਤੇ ਮੈਂ ਉਹਨੂੰ ਕਿਹਾ ਵੀ ਤੂੰ ਰੁਕ ਹੁਣ। ਤੇ ਅਸੀਂ ਉਹਨਾਂ ਨੂੰ ਕ੍ਰੀਮੇਸ਼ਨ ਗਰਾਊਂਡ ਡ੍ਰੌਪ ਕੀਤਾ ਤੇ ਮੈਂ ਤੇ ਮੇਰੇ ਨਾਲ ਮੇਰੀ ਛੋਟੇ ਸਿਸਟਰ ਇਨ ਲਾ ਹੈ, ਮੇਰੇ ਡਾਟਰਸ ਵਰਗੀ। ਮੈਨੂੰ ਕਿਹਾ ਮਨਜੀਤ ਆਪਾਂ ਨੂੰ ਹੋਰ ਕੋਈ ਕੰਮ ਪੈ ਗਿਆ। ਕਹਿੰਦੇ ਕੀ ਦੀਦੀ? ਮੈਂ ਕਿਹਾ ਵੀ ਇਹ ਬੱਚੇ ਦਾ ਜਨਮ ਦਿਨ ਹੈ, ਵੀ ਆਪਾਂ ਨੂੰ ਤਾਂ ਉਹ ਸਾਰਾ ਸਮਾਨ ਲੈਣ ਜਾਣਾ ਪੈਣਾ ਬਾਜ਼ਾਰ। ਵੀ ਰਸ਼ ਟੂ ਲੋਕਲ ਜਿੱਥੇ ਸੈਕਟਰ ਸਾਡੇ ਕੇਕ ਬੇਕਰੀਜ਼ ਹੈਗੀਆਂ, ਅਸੀਂ ਉੱਥੋਂ ਕੇਕ ਲਿਆਈਆਂ, ਕੈਂਡਲਸ ਲਿਆਈਆਂ, ਸ਼ਮਸ਼ਾਨ ਘਾਟ ਲੈ ਕੇ ਗਈਆਂ 25 'ਚ। ਉੱਥੇ ਅਸੀਂ ਉਹ ਸਾਰਾ ਕੁਛ ਕੈਂਡਲ ਜਲਾਈਆਂ, ਬੁਝਾਈਆਂ। ਤੇ ਤੁਸੀਂ ਦੇਖੋ ਵੀ ਉਹ ਕੇਕ ਅਸੀਂ ਉਹਦਾ ਹੱਥ ਫੜ ਕੇ ਕਟਵਾਇਆ, ਉਹਦੇ ਮੂੰਹ ਨੂੰ ਲਾਇਆ ਤੇ ਆਪ ਵੀ ਖਾਧਾ। ਅਸੀਂ ਆਪ ਵੀ ਖਾਧਾ। ਉੱਥੇ ਜਿੰਨੇ ਵੀ ਲੋਕ ਸੀਗੇ, ਜਿੰਨੀ ਕੁ ਕੁਆਂਟਿਟੀ ਕੇਕ ਦੀ ਸੀ, ਅਸੀਂ ਉੱਥੇ ਵੰਡਿਆ ਸਭ ਨੂੰ ਖਾਣ। ਤੇ ਮੈਂ ਉਸ ਵਾਰਤਾ ਨੂੰ ਦੇਖਦੀ ਹੋਈ ਸੋਚਦੀ ਹਾਂ ਵੀ ਜਿਹੜੀ ਜ਼ਿੰਦਗੀ ਹੁੰਦੀ ਹੈ ਜਾਂ ਮੌਤ ਹੁੰਦੀ ਆ, ਉਹਦਾ ਚਾਹੇ ਕੋਈ ਵਕਤ ਨਿਸ਼ਚਿਤ ਨਹੀਂ ਹੁੰਦਾ, ਪਰ ਜਦੋਂ ਬੰਦਾ ਸਾਡੇ ਕੋਲੋਂ ਜਾਂਦਾ, ਅਲਵਿਦਾ ਹੁੰਦਾ ਸਾਡੇ ਕੋਲੋਂ, ਤਾਂ ਮੈਂ ਉਸ ਵਕਤ ਮੈਂ ਉਹਦੀ ਮਾਂ ਦੀ ਜਗ੍ਹਾ ਨਹੀਂ ਲੈਣਾ ਚਾਹੁੰਦੀ, ਉਹਦੀ ਮਾਂ ਦੀ ਜਗ੍ਹਾ ਨਹੀਂ ਲੈਣਾ ਚਾਹੁੰਦੀ, ਪਰ ਮੈਨੂੰ ਅੱਜ ਵੀ ਉਹ ਬੱਚਾ ਆਪਣੇ ਬੱਚਿਆਂ ਵਾਂਗੂ ਹੀ ਯਾਦ ਆਉਂਦਾ ਰਿਹਾ।
ਜੱਚਾਂ ਨੂੰ ਯਾਦ ਆਉਂਦਾ ਰਹਿੰਦਾ। ਜੀਵਨ ਨਾਲ ਵੀ ਰਿਸ਼ਤਾ ਬਣਦਾ, ਮੌਤ ਨਾਲ ਵੀ ਤੁਹਾਡਾ ਰਿਸ਼ਤਾ ਸੰਸਾਰ ਵਿੱਚ ਬਣਦਾ। ਮੈਂ ਕਈ ਵਾਰੀ ਸੋਚਦੀ ਹਾਂ ਵੀ ਦੇਖੋ ਜ਼ਿੰਦਗੀ ਦੇ ਰਿਸ਼ਤੇ ਮੌਤ ਕਰਕੇ ਵੀ ਜੁੜ ਜਾਂਦੇ ਆ ਥੋੜ੍ਹੇ ਜੀ। ਤੇ ਉਸ ਤੋਂ ਸ਼ੁਰੂਆਤ ਕੀਤੀ ਤੇ ਤੁਸੀਂ ਜਿਹੜੀ ਆਪਣੀ ਬੈਂਕਿੰਗ ਦੀ ਜੌਬ ਹੈ ਉਹ ਛੱਡ ਕੇ ਫਿਰ ਤੁਸੀਂ ਜੁਆਇਨ ਕੀਤਾ ਫਿਰ ਇੰਨਾ ਸਮਾਂ ਨਹੀਂ ਰਹਿ ਗਿਆ ਨਾ ਮੇਰੇ ਕੋਲ ਵੀ ਮੈਂ ਉਧਰ ਵੀ ਜਾ ਸਕਾਂ ਤੇ ਭੱਜ ਕੇ ਇੱਧਰ ਵੀ ਆ ਸਕਾਂ। ਸੋ ਮੈਂ ਫਿਰ ਮਤਲਬ ਪਰਮਾਤਮਾ ਨੇ ਜਿਵੇਂ ਕਹਿੰਦੇ ਮੇਰੀ ਸੁਣੀ, VRS ਦੀ ਇੱਕ ਪਲਾਨ ਆ ਗਿਆ ਬੈਂਕਿੰਗ ਇੰਡਸਟਰੀ ਦੇ ਵਿੱਚ, ਤੇ ਸਭ ਨੇ ਇੱਕ ਸੁਰ ਵਿੱਚ ਹੀ ਕਿਹਾ ਵੀ ਇਹ ਤੇਰੇ ਵਾਸਤੇ ਹੀ ਬਣਿਆ। ਸੋ ਆਈ ਆਪਟਡ ਦੈਟ। ਸੋ ਹੁਣ ਮੈਂ ਪੈਨਸ਼ਨ ਵੀ ਆਪਟ ਕੀਤੀ ਹੋਈ ਹੈ, ਤੇ ਮੈਂ ਪਹਿਲਾਂ ਤਾਂ ਸਾਰਾ ਜੋ ਵੀ ਐਕਸਪੈਂਡੀਚਰ ਹੁੰਦਾ ਆਪਣੀ ਪੈਨਸ਼ਨ ਵਿੱਚੋਂ ਹੀ ਕਰਦੀ ਹਾਂ, ਤੇ ਜਦੋਂ ਕਿਤੇ ਕੋਈ ਜ਼ਿਆਦਾ ਲੋੜ ਪੈ ਜਾਂਦੀ ਹੈ ਫਿਰ ਸਮਾਜ 'ਚ ਸਹਿਯੋਗੀ ਸੱਜਣ ਹੁੰਦੇ ਆ ਜਿਨ੍ਹਾਂ ਦੇ ਨੰਬਰ ਮੇਰੇ ਕੋਲ ਹੁੰਦੇ ਆ। ਤੇ ਕੰਮ ਐਸਾ ਹੈ ਕਿ ਤੁਸੀਂ ਫੰਡ ਰੇਜ਼ ਕਰਕੇ ਨਹੀਂ ਰੱਖ ਸਕਦੇ ਜੀ, ਕਿਉਂਕਿ ਤੁਸੀਂ ਇਹ ਤਾਂ ਨਹੀਂ ਸੋਚ ਰਹੇ ਵੀ ਕੱਲ ਕੋਈ ਮਰੇਗਾ ਤੇ ਮੈਂ ਉਹਨੂੰ ਕਫਨ ਪਾਵਾਂਗਾ ਜਾਂ ਉਹਦੀ ਕ੍ਰਿਮੇਸ਼ਨ ਕਰਾਂਗਾ। ਸੋ ਤਤਕਾਲ ਜਿਹਦਾ ਨਾਮ ਫਸਟ ਕਮ ਫਸਟ ਸਰਵ ਮੇਰੇ ਦਿਮਾਗ 'ਚ ਆਉਂਦਾ, ਮੈਂ ਉਹਨੂੰ ਕਾਲ ਕਰਦੀ ਹਾਂ। ਤੇ ਅੱਜ ਤੱਕ ਇਹ ਨਹੀਂ ਹੋਇਆ ਵੀ ਕਿਸੇ ਨੇ ਮੈਨੂੰ ਨਾ 'ਚ ਜਵਾਬ, ਕੋਈ ਵੀ ਮਤਲਬ ਕਾਲ ਮੇਰੀ ਅਨਆਨਸਰਡ ਜਾਂ ਅਨਰਿਪਲਾਈਡ ਜਾਂ ਨੋ ਵਿੱਚ ਨਹੀਂ ਹੋਈ ਜੀ। ਬੰਦੇ ਨੂੰ ਮੈਂ ਕਿਹਾ ਵੀ ਤੁਸੀਂ ਸ਼ਮਸ਼ਾਨ ਘਾਟ ਪਹੁੰਚੋ ਤੇ ਆ ਕੇ ਆਪਣੇ ਹੱਥ ਨਾਲ ਸਾਰੀਆਂ ਰਸਮਾਂ ਪੂਰੀਆਂ ਕਰੋ। ਬਹੁਤ ਵੱਡੀ ਗੱਲ ਹੈ ਮੈਮ, ਇਹ ਬਹੁਤ ਵੱਡੀ ਗੱਲ ਹੈ। ਅੱਛਾ ਮੈਮ, ਕਦੀ ਤੁਹਾਨੂੰ ਇਹ ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਐਂਬੂਲੈਂਸ ਚਲਾ ਰਹੇ ਹੋ, ਕੀ ਦਿੱਕਤਾਂ ਤੁਹਾਨੂੰ ਆਈਆਂ ਜਾਂ ਕੀ ਸ਼ਿਫਟ ਤੁਹਾਨੂੰ ਮਿਲਦੀ ਰਹੀ ਹੈ ਇਸ ਦੌਰਾਨ? ਨਹੀਂ ਸ਼ਿਫਟ ਨਹੀਂ ਜੀ, ਐਂਬੂਲੈਂਸ ਮੈਨੂੰ ਡੋਨੇਟਡ ਹੈਗੀ ਹੈ। ਇੱਥੇ ਪੰਜ ਸਭ ਸੰਸਥਾ ਹੈਗੀ ਹੈ ਜੀ ਚੰਡੀਗੜ੍ਹ 'ਚ, ਉਹਨਾਂ ਨੇ ਮੈਨੂੰ ਮਤਲਬ ਹੁਣ ਤਾਂ ਕਾਫੀ ਸਾਲ ਹੋ ਗਏ 2008 ਵਿੱਚ ਡੋਨੇਟ ਕੀਤੀ ਸੀਗੀ ਐਂਬੂਲੈਂਸ, ਜਿਹਨੂੰ ਅਸੀਂ ਖੁਦ ਰਨ ਕਰਦੇ ਹਾਂ। ਤੇ ਇੱਥੇ ਲੋਕਲ ਏਜੰਸੀ ਹੈਗੀ ਹੈ ਟਰੈਵਲ ਏਜੰਸੀ WWICS, ਮਿਸਟਰ ਸੰਧੂ ਉਹਦੇ ਹੈਡ ਹੈ। ਉਹ ਫਿਊਲ ਉਹ ਪ੍ਰੋਵਾਈਡ ਕਰਦੇ ਆ ਰਹੇ ਫਰਮ ਦਾ ਲਾਸਟ 20 years। ਓਕੇ ਹਾਂਜੀ, ਸਾਨੂੰ ਕੋਈ ਉਹਦਾ ਐਕਸਪੈਂਡੀਚਰ ਆਪਣੇ ਆਪ ਨਹੀਂ ਬੀਅਰ ਕਰਨਾ ਪੈਂਦਾ, ਤੇ ਇਟ ਇਜ਼ ਅ ਸੈਲਫ ਡਰਿਵਨ। ਮੈਂ ਚਲਾ ਲੈਂਦੀ ਹਾਂ, ਤੇ ਜਿਹੜੀ ਭਾਬੀ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਤੇ ਜਦੋਂ ਲੋੜ ਹੁੰਦੀ ਉਹ ਚਲਾ ਦਿੰਦੀ ਹੈ। ਅੱਛਾ, ਤੇ ਉਹ ਵੀ ਮਤਲਬ ਉਹ ਵੀ ਮੇਰੇ ਨਾਲ ਕੋਆਪਰੇਟ ਕਰਦੇ ਆ। ਤੇ ਕਿਉਂਕਿ ਹੁਣ ਬੱਚੇ ਉਹਦੇ ਵੱਡੇ ਹੋ ਚੁੱਕੇ ਆ, ਥੋੜਾ ਸ਼ੀ ਗੈਟਸ ਸਮ ਟਾਈਮ ਫ੍ਰੀ ਫॉर ਹਰ ਓਨ ਸੈਲਫ, ਜਿਹੜਾ ਕਿ ਉਹ ਮੇਰੇ ਨਾਲ ਹੀ ਮਤਲਬ ਸੇਵਾ ਕਰਕੇ ਬਿਤਾਉਂਦੀ। ਜੀ ਬਹੁਤ ਵਧੀਆ ਗੱਲ ਹੈ। ਤੇ ਮੈਮ ਕਦੀ ਕੋਈ ਦਿੱਕਤ ਆਈ ਹੋਵੇ, ਕਦੀ ਕਿਸੇ ਨੇ ਮਨਾ ਕਰ ਦਿੱਤਾ ਹੋਵੇ ਕਿ ਇਹ ਤਾਂ ਲੇਡੀ ਹੈ? ਸ਼ੁਕਰ ਹੈ ਜੀ, ਅੱਜ ਤੱਕ ਕੋਈ ਦਿੱਕਤ ਨਹੀਂ ਆਈ ਤੇ ਨਾ ਅੱਗੇ ਨੂੰ ਕੋਈ ਆਵੇ। ਵੀ ਪ੍ਰੇ ਫॉर दैट, ਉਮੀਦ ਇਹੀ ਕਰਦੇ ਹਾਂ ਅਸੀਂ। ਤੇ ਮੈਮ ਅੱਜ ਤੱਕ ਤੁਸੀਂ ਇੰਨੇ ਸਾਲ ਹੋ ਗਏ ਇਹੀ ਚੀਜ਼ ਹੈ ਨਾ ਤੁਸੀਂ ਪ੍ਰੋਵਾਈਡ ਕਰ ਰਹੇ ਹੋ, ਕਦੀ ਲੱਗਾ ਹੋਵੇ ਕਿ ਨਹੀਂ ਯਾਰ ਮੈਂ ਨਹੀਂ ਕਰਨਾ, ਬਹੁਤ ਹੋ ਗਿਆ, ਕਦੀ ਆਪਣੇ ਸਮਾਜ ਦੇ ਲਈ ਕਿ ਇਹ ਮੇਰਾ ਜਿਹੜਾ ਸਮਾਜ ਹੈ ਇਹਨੇ ਮੈਨੂੰ ਰਿਟਰਨ ਦੇ ਵਿੱਚ ਕੀ ਦਿੱਤਾ ਆ, ਮੈਂ ਇਹਨਾਂ ਲਈ ਕੁਝ ਨਹੀਂ ਕਰਨਾ? ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਨਾ, ਕਹਿੰਦੇ ਆ ਵੀ ਕੰਮ ਕਰਕੇ ਫਲ ਦੀ ਇੱਛਾ ਰੱਖਣ ਨਾਲ ਤਾਂ ਫਿਰ ਤੁਸੀਂ ਕੰਮ ਕਰ ਨਹੀਂ ਸਕਦੇ। ਮਤਲਬ ਮੈਨੂੰ ਕੁਝ ਮਿਲਿਆ ਜਾਂ ਨਾ ਮਿਲਿਆ, I am peace with my own self. That is the idea behind the work. ਵੀ ਮੈਨੂੰ ਕੁਝ ਜ਼ਿੰਦਗੀ 'ਚ ਮਿਲਿਆ ਜਾਂ ਨਾ ਮਿਲਿਆ, ਚਾਹੇ ਮੈਂ ਅੱਜ ਦੇ ਹਾਲਾਤਾਂ ਵਿੱਚ ਸੜਕ 'ਤੇ ਖੜੀ ਹੋਵਾਂ ਜਾਂ ਖੜੀ ਹਾਂ, ਐਕਚੁਅਲੀ ਖੜੀ ਹਾਂ, ਮੇਰੇ ਕੋਲ ਘਰ ਵੀ ਨਹੀਂ ਹੈ, ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ ਮੋਰਲ ਸਪੋਰਟ ਲਈ, ਪਰ ਮੈਂ ਇਸ ਕੰਮ ਦੇ ਐਵਜ ਵਿੱਚ ਕੋਈ ਐਕਸਪੈਕਟੇਸ਼ਨ ਨਹੀਂ ਰੱਖੀਆਂ ਹੋਈਆਂ, ਤੇ ਜਿਵੇਂ ਹੈਗਾ ਜੀਵਨ ਬਤੀਤ ਹੋ ਰਿਹਾ ਅੱਛਾ। ਤੇ ਮੈਮ ਕਦੀ ਅੱਛਾ ਜਿੱਦਾਂ ਹੁਣ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ, ਕਦੀ ਕਿਸੇ ਨੇ ਅੱਗੇ ਆ ਕੇ ਤੁਹਾਡੀ ਖੁਦ ਦੀ ਹੈਲਪ ਕੀਤੀ ਹੋਵੇ ਤੁਹਾਡੀ? ਹਾਂਜੀ, ਆਉਂਦੇ ਆ ਲੋਕ ਅੱਗੇ, ਪਰ ਉਹ ਫਾਈਨੈਂਸ਼ੀਅਲ ਹੈਲਪ ਹੁੰਦੀ ਹੈ, ਫਿਜ਼ੀਕਲ ਨਹੀਂ ਹੁੰਦੀ। ਅੱਜ ਤੱਕ ਕੋਈ ਐਸਾ ਨਹੀਂ ਮਤਲਬ ਹੈਗਾ ਵੀ ਜਿਹੜਾ ਕਿ ਕਹੇ ਵੀ ਤੁਸੀਂ ਛੱਡੋ ਮੈਂ ਕਰਿਆ ਨਹੀਂ ਅੱਜ ਇਹ ਕੰਮ, ਜਾਂ ਬੰਦਾ ਜਾਂ ਔਰਤ ਜੋ ਵੀ ਮੈਨ ਵੂਮਨ ਕੋਈ ਵੀ, ਪਰ ਇਹੋ ਜਿਹਾ ਕੋਈ ਨਹੀਂ ਹੋਇਆ ਵੀ ਜਿਹੜਾ ਕਹੇ ਵੀ ਮੈਂ ਕਰਦਾ। ਹਾਂਜੀ, ਮੈਨੂੰ ਨਹੀਂ ਮਿਲਿਆ ਹਾਲੇ ਤੱਕ। ਅੱਛਾ ਮੈਮ, ਤੁਹਾਡੀ ਇੰਨੀ ਏਜ ਹੈ, ਤੁਸੀਂ ਸਮਾਜ ਨੂੰ ਕਿਵੇਂ ਵੇਖਦੇ ਹੋ? ਕੀ ਬਦਲਾਵ ਤੁਸੀਂ ਚਾਹੁੰਦੇ ਹੋ ਕਿ ਔਰਤਾਂ ਦੇ ਲਈ ਕੀ ਬਦਲਾਵ ਜਿਹੜੇ ਆ ਇਸ ਸਮਾਜ ਦੇ ਵਿੱਚ ਹੋਣੇ ਜ਼ਰੂਰੀ ਆ? ਦੇਖੋ ਹੁਣ ਅਸੀਂ ਔਰਤਾਂ ਨੂੰ ਇੰਨਾ ਤਾਂ ਨਹੀਂ ਸੋਚਦੇ ਵੀ ਬਿਲਕੁਲ ਹੀ ਪਿੱਛੇ ਰਹਿ ਗਏ। ਕੁਛ ਹੱਦ ਤੱਕ ਤਾਂ ਆਪਣੇ ਮਤਲਬ ਜੇ ਸਾਰਿਆਂ ਨਹੀਂ ਤਾਂ ਕੁਛ ਨੰਬਰ ਤਾਂ ਇਹੋ ਜਿਹਾ ਹੈਗਾ ਕਿ ਜਿਹੜੀਆਂ ਨੇ ਆਪਣੀ ਸਮਾਜ ਵਿੱਚ ਇੱਕ ਜਗ੍ਹਾ ਬਣਾ ਲਈ ਹੈਗੀ ਹੈ। ਤੇ ਜਦੋਂ ਉਹ ਜਗ੍ਹਾ ਬਣ ਜਾਂਦੀ ਹੈ, ਫਿਰ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਜਿਹਦਾ ਉਹਦੇ ਉਹਨਾਂ ਲਾਈਨਸ ਤੇ ਚੱਲ ਰਿਹਾ ਜਿਹੜਾ ਜੀ, ਉਹ ਵੀ ਫਿਰ ਤੁਹਾਨੂੰ ਰਸਤਾ ਤੁਹਾਡੇ ਲਈ
ਛੱਡਦਾ ਵੀ ਹਾਂ ਤੁਸੀਂ ਵੀ ਚਲੋ। ਮਤਲਬ ਪਹਿਲ ਜਿਹੜੀ ਆ ਔਰਤ ਨੂੰ ਹੀ ਕਰਨੀ, ਔਰਤ ਨੂੰ ਹੀ ਕਰਨੀ ਪੈਂਦੀ ਹੈਗੀ ਹੈ। ਤੇ ਵੈਸੇ ਘਰਾਂ ਵਿੱਚ ਜਿਵੇਂ ਫਾਦਰ, ਬ੍ਰਦਰ, ਅੰਕਲ ਜੋ ਵੀ ਹੁੰਦੇ ਆ ਉਹ ਤੁਹਾਨੂੰ ਸਪੋਰਟ ਕਰਦੇ ਆ, ਫਿਰ ਉਹ ਤੁਹਾਨੂੰ ਸਪੋਰਟ ਕਰਦੇ ਆ। ਪਹਿਲਾਂ ਤਾਂ ਸ਼ਾਇਦ ਸੋਚਦੇ ਹੁਣ ਵੀ ਸਾਡਾ ਨਾਂ ਹੀ ਨਾ ਬਦਨਾਮ ਹੋ ਜਾਏ, ਹਾਂਜੀ, ਬਟ ਸਟਿਲ ਜਦੋਂ ਤੁਹਾਡੇ ਰਿਜ਼ਲਟਸ ਠੀਕ ਆਉਂਦੇ ਆ ਔਰ ਤੁਸੀਂ ਇੱਕ ਜਗ੍ਹਾ ਬਣਾਉਂਦੇ ਹੋ ਆਪਣੀ ਸਮਾਜ ਵਿੱਚ, ਤੇ ਦੇ ਆਲਸੋ ਫੀਲ ਪ੍ਰਾਊਡ ਆਫ। ਅੱਛਾ ਮੈਮ, ਤੁਹਾਨੂੰ ਕਦੀ ਗਵਰਨਮੈਂਟ ਵੱਲੋਂ ਕੋਈ ਸ਼ਿਕਾਇਤ ਰਹੀ ਹੋਵੇ ਕਿ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ ਆ ਇਸ ਸਮਾਜ ਦੇ ਲਈ, ਔਰਤਾਂ ਦੇ ਲਈ, ਸਪੈਸ਼ਲੀ ਜਿਹੜੀਆਂ ਤੁਹਾਡੇ ਵਰਗੀਆਂ ਔਰਤਾਂ ਨੇ ਜਿਹੜੀਆਂ ਅੱਗੇ ਆ ਕੇ ਇਸ ਸਮਾਜ ਲਈ ਕੁਝ ਕਰਦੀਆਂ ਨੇ, ਇਸ ਸਮਾਜ ਨੂੰ ਇੰਨਾ ਕੁਝ ਮੈਂ ਕਹਾਂਗੀ ਦੇ ਰਹੀਆਂ ਨੇ, ਐਂਡ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਇੰਸਪਾਇਰਡ ਹੋਣਗੀਆਂ ਤੁਹਾਡੀ ਇਸ ਕਹਾਣੀ ਤੋਂ ਵੀ, ਤਾਂ ਗਵਰਨਮੈਂਟ ਵੱਲੋਂ ਤੁਸੀਂ ਕੀ ਉਮੀਦ ਰੱਖਦੇ ਹੋ? ਦੇਖੋ ਜੀ, ਜਦੋਂ ਵੀ ਕੋਈ ਤੁਸੀਂ ਕੰਮ ਕਰਦੇ ਹੋ ਤਾਂ ਉਹ ਤੁਸੀਂ ਸੈਲਫਲੈਸ ਹੋ ਕੇ ਕਰਦੇ ਹੋ। ਵੈਸੇ ਸਰਕਾਰਾਂ ਦਾ ਫਰਜ਼ ਬਣਦਾ ਵੀ ਜੇ ਕੋਈ ਸਾਡੇ ਜੀਵਨ ਵਿੱਚ ਵੀ ਦਿੱਕਤਾਂ ਹੈਗੀਆਂ ਤਾਂ ਉਹਨਾਂ ਨੂੰ ਥੋੜ੍ਹਾ ਬਹੁਤਾ ਦੂਰ ਜ਼ਰੂਰ ਕੀਤਾ ਜਾਏ, ਤੇ ਇਹਦੇ ਨਾਲ ਫਿਰ ਤੁਹਾਨੂੰ ਇੱਕ ਹੋਰ ਉਤਸ਼ਾਹ ਮਿਲਦਾ ਹੈ ਕਿ ਤੁਹਾਡੀ ਕੋਈ ਮਾੜੀ ਮੋਟੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਸਰਕਾਰ ਉਹਨੂੰ ਦੂਰ ਕਰ ਦਿੰਦੀ ਹੈ, ਜਾਂ ਜੇ ਤੁਹਾਡੀ ਕੋਈ ਕਮੀ ਹੁੰਦੀ ਹੈ ਉਹਨੂੰ ਸਰਕਾਰ ਦੂਰ ਕਰ ਸਕਦੀ ਹੈ ਤਾਂ ਕਰ ਦੇਵੇ, ਤਾਂ ਤੁਹਾਡੀ ਕੰਮ ਕਰਨ ਦੀ ਜਿਹੜੀ ਹੁੰਦੀ ਹੈ ਨਾ ਲਿਮਿਟ, ਹਾਂਜੀ, ਲਗਨ ਉਹ ਟੁੱਟਦੀ ਨਹੀਂ ਹੈਗੀ, ਹਾਂਜੀ, ਉਹ ਹੋਰ ਵੱਧਦੀ ਰਹਿੰਦੀ ਹੈ। ਤੇ ਮੈਮ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਔਰਤ ਨੂੰ ਹੀ ਪਹਿਲਾਂ ਜਿਹੜੀ ਪਹਿਲ ਕਰਨੀ ਚਾਹੀਦੀ ਹੈ, ਬਹੁਤ ਸਾਰੀਆਂ ਔਰਤਾਂ ਹੈ ਜਿਹੜੀਆਂ ਇਹ ਚੀਜ਼ ਕਹਿ ਦਿੰਦੀਆਂ, ਲੜਕੀਆਂ ਹੋ ਗਈਆਂ, ਔਰਤਾਂ ਹੋ ਗਈਆਂ, ਕਿ ਯਾਰ ਮੇਰੇ ਤਾਂ ਘਰ ਦੇ ਸਪੋਰਟ ਨਹੀਂ ਕਰਦੇ, ਮੈਂ ਇਹ ਚੀਜ਼ ਕਿੱਦਾਂ ਕਰ ਦੇਵਾਂ, ਯਾਰ ਮੇਰਾ ਤਾਂ ਪਤੀ ਇੱਦਾਂ ਆ, ਮੈਂ ਤਾਂ ਨਹੀਂ ਕਰ ਸਕਦੀ। ਉਹ ਔਰਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ ਜੀ, ਇਹ ਜਿਹੜੀ ਟੈਬੂਜ਼ ਬਣਾਏ ਹੋਏ ਨੇ ਵੀ ਇਹ ਕੰਮ ਔਰਤ ਨੇ ਨਹੀਂ ਕਰਨਾ ਤੇ ਇਹ ਕੰਮ ਬੰਦੇ ਨਹੀਂ ਕਰਨਾ, ਪਹਿਲਾਂ ਤਾਂ ਉਹ ਟੈਬੂਜ਼ ਟੁੱਟਣੇ ਚਾਹੀਦੇ ਆ ਜੀ, ਜਿਹਨੂੰ ਤੋੜਨ ਲਈ ਔਰਤ ਨੂੰ ਹੀ ਅੱਗੇ ਆਉਣਾ ਪਊਗਾ। ਜਿਹੜਾ ਬੰਦਾ ਜਿਹੜੇ ਜਾਲ ਵਿੱਚ ਫਸਿਆ ਹੋਇਆ ਉਹਨੂੰ ਆਪ ਹੀ ਕੱਟਣਾ ਪੈਣਾ ਉਹ ਜਾਲ, ਤੇ ਜਦੋਂ ਤੁਸੀਂ ਉਸ ਦੀ ਕੱਟਣ ਦੀ ਹਿੰਮਤ ਰੱਖਦੇ ਹੋ ਤਾਂ ਫਿਰ ਤੁਹਾਨੂੰ, ਜਿਵੇਂ ਤੁਸੀਂ ਕਹਿ ਲਓ ਵੀ ਕਿਸੇ ਔਰਤ ਦਾ ਹਸਬੈਂਡ ਸੇ ਆਈ ਐਮ ਸਿੰਗਲ, ਆਈ ਕਾਂਟ ਸੇ ਦੈਟ, ਪਰ ਜੇ ਸੋਚੇ ਵੀ ਹਸਬੈਂਡ ਦੇ ਡਿਪੈਂਡੈਂਟ ਹੁੰਦੀ ਹੈ ਔਰਤ ਜਾਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਹੈਗੀ ਹੈ, ਵੈਸੇ ਤਾਂ ਅੱਜ ਕੱਲ੍ਹ ਪਰਸੈਂਟੇਜ ਕਾਫੀ ਹੋ ਗਈ ਹੈ ਇਕਨੋਮਿਕਲ ਇੰਡੀਪੈਂਡੈਂਸ ਵੂਮਨ ਦੇ, ਤੇ ਫਿਰ ਜਿਵੇਂ ਕਹਿੰਦੇ ਵੀ ਉਹਨਾਂ ਨੂੰ ਵੀ ਭਾਵੇਂ ਉਹ ਉੱਭਰ ਕੇ ਸਾਹਮਣੇ ਨਹੀਂ ਆਉਂਦੇ ਪਰ ਫਿਰ ਵੀ ਇੰਡਾਇਰੈਕਟਲੀ ਕਹਿੰਦੇ ਵੀ ਚਲੋ ਜੋ ਕਰਦੀਆਂ ਇਹਨਾਂ ਨੂੰ ਕਰਨ ਦਿਓ, ਸਟਿਲ ਇੰਡਾਇਰੈਕਟਲੀ ਵੀ ਆਰ ਇਨਫਲੂਐਂਸਡ ਬਾਏ ਮੈਨ ਫੋਕ ਇਨ ਆਵਰ ਲਾਈਫ। ਉਹਨਾਂ ਦੀ ਇਜਾਜ਼ਤਾਂ ਦੀ ਤੇ ਉਹਨਾਂ ਦੀਆਂ ਸਲਾਹਾਂ ਦੀ ਮਤਲਬ ਜ਼ਰੂਰਤ ਪੈਂਦੀ ਰਹਿੰਦੀ ਹੈ ਸਾਨੂੰ, ਹਾਂਜੀ, ਪੈਂਦੀ ਰਹਿੰਦੀ ਹੈ, ਹਾਂਜੀ। ਤੇ ਮੈਡਮ ਜਿਵੇਂ ਮੈਂ ਸਵਾਲ ਮੇਰਾ ਇਹ ਸੀਗਾ ਕਿ ਉਹ ਔਰਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ? ਆਪਣੀ ਜਗ੍ਹਾ ਆਪ ਬਣਾਉਣੀ ਪੈਂਦੀ ਆ, ਆਪਣੀ ਜਗ੍ਹਾ ਆਪ ਬਣਾਓ। ਜੇ ਕੋਈ ਵੀ ਇੰਟਰਸਟ ਤੁਹਾਡਾ ਹੈਗਾ, ਜਿਸ ਤਰ੍ਹਾਂ ਮੈਂ ਬਣਾਈ ਹੈ ਆਪਣੀ ਜਗ੍ਹਾ, ਤੇ ਆਪਣੀ ਜਗ੍ਹਾ ਤੁਹਾਨੂੰ ਸਮਾਜ ਵਿੱਚ, ਘਰ ਵਿੱਚ ਤਾਂ ਬਣੀ ਹੋਈ ਹੁੰਦੀ ਹੈ, ਤੇ ਸਮਾਜ ਵਿੱਚ ਆਪਣਾ ਜਗ੍ਹਾ ਤੁਸੀਂ ਆਪ ਬਣਾਉਣੀ ਹੈ, ਕਿਸੇ ਨੇ ਤੁਹਾਨੂੰ ਦੇਣੀ ਨਹੀਂ ਹੈਗੀ ਆ। ਤੇ ਜਿਵੇਂ ਹੁਣ ਅਸੀਂ ਸਰਵਿਸ ਕਰਦੇ ਹਾਂ, ਜੋ ਕੁਛ ਕਰਦੇ ਹਾਂ, ਉਸ ਤੋਂ ਬਾਅਦ ਵੀ ਫਿਰ ਅਸੀਂ ਘਰ ਹੀ ਬੈਠ ਜਾਂਦੇ ਹਾਂ ਨਾ ਜਾ ਕੇ, ਤੇ ਸਮਾਜ ਵਿੱਚ ਸਾਨੂੰ ਆਪਣੀ ਜਗ੍ਹਾ ਆਪ ਹੀ ਬਣਾਉਣੀ ਹੈ। ਜੇ ਕੁਛ ਤੁਸੀਂ ਸਮਥਿੰਗ ਯੂ ਵਾਂਟ ਟੂ ਡੂ ਸਮਥਿੰਗ ਵੈਰੀ ਡਿਫਰੈਂਟ। ਹਾਂਜੀ। ਅੱਛਾ ਮੈਡਮ, ਤੁਹਾਡੇ ਇੰਨਾ ਸਾਲ ਦਾ ਐਕਸਪੀਰੀਅੰਸ ਰਿਹਾ ਹੈ, ਕਦੀ ਕੋਈ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਜਿਹਦੇ ਨਾਲ ਕੋਈ ਔਰਤ ਤੁਹਾਡੇ ਕੋਲ ਆਈ ਹੋਵੇ ਤੇ ਉਹਨੇ ਕਿਹਾ ਹੈ ਕਿ ਹਾਂ ਮੈਂ ਤੁਹਾਡੇ ਤੋਂ ਇੰਸਪਾਇਰ ਹੋ ਕੇ ਆਹ ਚੀਜ਼ ਕੀਤੀ ਹੈ? ਇੰਸਪਾਇਰ ਤਾਂ ਸਾਰੀਆਂ ਹੀ ਹੋਈਆਂ ਪਈਆਂ ਜੀ, ਇੰਸਪਾਇਰ ਹੋਣ ਦੀ ਨਹੀਂ ਕਮੀ ਹੈਗੀ। ਇੰਸਪਾਇਰ ਤਾਂ ਦੇ ਆਰ ਨਾਟ ਇੰਸਪਾਇਰ, ਵਰਡ ਇਜ਼ ਨਾਟ ਦੈਟ ਰਾਈਟ ਕਾਈਂਡ ਆਫ ਵਰਡ, ਫੈਸੀਨੇਟਡ। Every woman is fascinated with a different kind of activities, but ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਹੈਗੇ ਜਾਂ ਸਮਾਜ ਦੇ ਬੰਧਨ ਹੈਗੇ, ਉਹਨਾਂ ਕਰਕੇ ਉਹਨਾਂ ਨੂੰ ਓਨੀ ਫਰੀडम ਨਹੀਂ ਮਿਲੀ ਹੋਈ ਕਿ ਉਹ ਟੂ ਜੰਪ ਡਾਊਨ ਦਾ, ਜਿਹਨੂੰ ਕਹਿੰਦੇ ਲਕਸ਼ਮਣ ਰੇਖਾ ਆਫ ਦਾ ਵੂਮਨ ਕਾਈਂਡ ਆਫ ਵਰਕਸ, ਮੈਨ ਕਾਈਂਡ ਆਫ ਵਰਕਸ ਜੀ। ਦੋ ਬਣੀਆਂ ਹੋਈਆਂ ਨਾ ਸਾਡੇ ਵਿੱਚ ਵੀ ਇਹ ਔਰਤਾਂ ਦੇ ਕੰਮ ਹੈ, ਇਹ ਬੰਦਿਆਂ ਦੇ ਕੰਮ ਹੈ। ਸੋ ਉਹਨਾਂ ਨੂੰ ਓਨੀ ਫਰੀडम ਨਹੀਂ ਮਿਲੀ ਹੋਈ ਕਿ ਉਹ ਲਕਸ਼ਮਣ ਰੇਖਾ ਨੂੰ ਪਾਰ ਕਰਕੇ ਮੈਨ ਕਾਈਂਡ ਆਫ ਵਰਕ ਦੇ ਵਿੱਚ ਜੰਪ ਡਾਊਨ ਕਰਨ। ਤੇ ਜਦ ਕਿ ਮੈਂ ਸਮਝਦੀ ਹਾਂ ਵੀ ਵਰਕ ਦੀ ਕੋਈ ਕਾਈਂਡ ਨਹੀਂ ਹੋਣੀ ਚਾਹੀਦੀ, ਵਰਕ ਦੀ ਕੋਈ ਕਾਈਂਡ ਨਹੀਂ ਹੋਣੀ ਚਾਹੀਦੀ। ਹਾਂ, ਬਿਲਕੁਲ ਸਹੀ ਕਿਹਾ ਕਿ ਜਿਹੜਾ ਕੰਮ ਹੈ ਉਹਦੀ ਕੋਈ ਕਿਸਮ ਨਹੀਂ ਹੁੰਦੀ ਕਿ ਇਹ ਔਰਤ ਹੀ ਕਰ ਸਕਦੀ ਹੈ। ਹਿਪੋਕਰਾਈਟ ਕਹਿੰਦੀ ਹਾਂ ਜਦੋਂ ਮੈਂ ਕੁੱਕਸ ਦੇਖਦੀ ਹਾਂ ਹੋਟਲਾਂ ਦੇ ਵਿੱਚ ਜਾਂ ਹੋਰ ਕਿਤੇ ਐਸੇ ਕੰਮ ਦੇਖਦੀ ਹਾਂ ਜਿਹੜੇ ਕਿ ਘਰਾਂ ਵਿੱਚ ਔਰਤਾਂ ਕਰਦੀਆਂ, ਬਾਹਰ ਬੰਦੇ ਕਰਦੇ, ਭਾਵੇਂ ਉਹ ਲਿਵਲੀਹੁੱਡ ਦਾ ਸਾਧਨ ਹੀ ਹੁੰਦੇ ਆ ਜੀ, ਬਟ ਸਟਿਲ ਹਿਪੋਕ੍ਰੇਸੀ ਇਜ਼ देयर। ਹਿਪੋਕ੍ਰੇਸੀ ਇਜ਼ देयर। ਤੇ ਮੈਡਮ ਘਰੇ ਨਹੀਂ ਫੁਲਕਾ ਬਣਾ ਕੇ ਖਾਊਗਾ, ਘਰੇ ਨਹੀਂ ਫੁਲਕਾ ਬਣਾ ਕੇ ਖਾਊਗਾ।
ਅੱਛਾ ਮੈਮ, ਬਹੁਤ ਵਾਰੀ ਇਦਾਂ ਹੁੰਦਾ ਆ ਕਿ ਜਿਹੜੀ ਔਰਤ ਹੈ ਹਾਂਜੀ ਹਨਾ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਇੱਥੇ ਇਹ ਚੀਜ਼ ਆ ਜਾਂਦੀ ਹੈ ਕਿ ਜਿਹੜਾ ਮਰਦ ਹੈ ਉਹ ਘਰੇ ਕੰਮ ਕਰਦਾ ਆ, ਜਿਹੜੀ ਔਰਤ ਹੈ ਭਾਵੇਂ ਉਹ ਕੋਈ ਵੀ ਰੀਜ਼ਨ ਹੋਵੇ ਉਹ ਬਾਹਰ ਕੰਮ ਕਰਦੀ ਹੈ। ਹਾਂਜੀ ਤਾਂ ਬਟ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਔਰਤ ਤੇ ਮਰਦ ਜੇ ਇਹ ਇੱਕੋ ਹੀ ਕਹਿੰਦੇ ਨਾ, ਇੱਕੋ ਗੱਡੇ ਦੇ ਦੋ ਪਹੀਏ ਨੇ ਹਨਾ, ਇਹ ਤੇ ਫਿਰ ਇੱਥੇ ਕਿੱਥੇ ਇਹ ਚੀਜ਼ ਆ ਜਾਂਦੀ ਹੈ ਕਿ ਇਹ ਨਹੀਂ ਜੀ, ਇਹ ਤਾਂ ਔਰਤ ਹੈ, ਇਹਨੂੰ ਤਾਂ ਪਿੱਛੇ ਰਹਿਣਾ ਚਾਹੀਦਾ, ਤਾਂ ਇਹ ਮਰਦ ਹੈ, ਇਹਨੂੰ ਤਾਂ ਅੱਗੇ ਹੀ ਰਹਿਣਾ ਚਾਹੀਦਾ। ਇਹ ਕਿੱਥੇ ਡਿਫਰੈਂਸ ਕਿੱਥੇ ਆ ਜਾਂਦਾ ਹੈ? ਸੋਚ ਵਿੱਚ, ਬੰਦੇ ਦੀ ਸੋਚ ਦੇ ਵਿੱਚ ਡਿਫਰੈਂਸ ਹੈ। ਵੈਸੇ ਔਰਤ ਦੀ ਕਮਜ਼ੋਰੀ ਵਿੱਚ ਨਹੀਂ ਹੈਗਾ, ਬੰਦੇ ਦੀ ਸੋਚ ਦੇ ਵਿੱਚ ਹੈ, ਜਿਹੜਾ ਕਿ ਔਰਤ ਨੂੰ ਕਮਜ਼ੋਰ ਸਮਝ ਰਿਹਾ। ਉਹ ਆਪ ਖੁਦ ਸਮਝ ਰਿਹਾ, ਖੁਦ ਡਿਸਾਈਡ ਕੀਤਾ ਹੋਇਆ ਨੇ ਵੀ ਸ਼ੀ ਇਜ਼ ਵੀਕ। ਤੇ ਮਤਲਬ ਕਿ ਪਰ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੀਆਂ ਔਰਤਾਂ ਇੱਦਾਂ ਦੀਆਂ ਨੇ ਜਿਹੜੀਆਂ ਖੁਦ ਨੂੰ ਵੀਕ ਕਹਿੰਦੀਆਂ ਕਿ ਨਹੀਂ ਮੈਂ ਤਾਂ ਕੁੜੀ ਹਾਂ, ਮੈਂ ਇਹ ਚੀਜ਼ ਨਹੀਂ ਕਰ ਸਕਦੀ? ਬਹੁਤ ਸਾਰੀਆਂ ਔਰਤਾਂ ਵੀ ਇੱਦਾਂ ਦੀਆਂ ਨੇ। ਦੇ ਆਰ ਟ੍ਰੇਨਡ ਲਾਈਕ ਦੈਟ ਫਰੋਮ ਦਾ ਵੈਰੀ ਚਾਈਲਡਹੁੱਡ। ਸਾਈਕੋਲੋਜੀਕਲ ਬੈਂਡ ਹੈ ਇੱਕ, ਸਾਈਕੋਲੋਜੀਕਲ ਬੈਂਡ ਹੈਗਾ ਇੱਕ। ਤੇ ਘਰ 'ਚ ਭਰਾ ਵੀ ਹੁੰਦਾ, ਘਰ 'ਚ ਮਤਲਬ ਧੀ ਹੁੰਦੀ ਹੈ ਤੇ ਬੇਟਾ ਹੁੰਦਾ। ਤੇ ਬੇਟਾ ਬਾਹਰੋਂ ਆਏਗਾ, ਜਿਵੇਂ ਮਰਜ਼ੀ ਜੋ ਮਰਜ਼ੀ ਉਹਦੀ ਐਕਟੀਵਿਟੀ ਹੋਵੇ, ਵੀ ਡੋਂਟ ਕੰਡੈਮ ਦੈਟ। ਤੇ ਜਦੋਂ ਘਰ ਆਏਗਾ ਤਾਂ ਜੇ ਮਦਰ ਨਾਟ ਔਨ ਦੀ ਸੀਨ ਹੈ ਤਾਂ ਉਹ ਆਪਣੇ ਆਪ ਕੁਝ ਕਰਕੇ ਨਹੀਂ ਕਰੇਗਾ, ਭੈਣ ਨੂੰ ਹੀ ਆਵਾਜ਼ਾਂ ਮਾਰਦਾ ਰਹੇਗਾ, ਭੈਣ ਨੂੰ ਹੀ ਆਵਾਜ਼ਾਂ ਮਾਰਦਾ। ਤਾਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੀ ਸਾਡੀ ਮੁੱਢ ਹੈ, ਜਿੱਦਾਂ ਮਾਂ ਪਿਓ ਹੋ ਗਏ, ਦਾਦਾ ਦਾਦੀ ਹੋ ਗਏ, ਇਹਨਾਂ ਨੂੰ ਇਹ ਚੀਜ਼ ਸ਼ੁਰੂ ਤੋਂ ਸਿਖਾਉਣੀ ਚਾਹੀਦੀ ਹੈ ਕਿ ਇੱਕ ਬੇਟੀ ਤੇ ਸਾਡਾ ਜਿਹੜਾ ਬੇਟਾ ਹੈ, ਜਿਹੜਾ ਦੋਵੇਂ ਜਾਣੇ ਇੱਕ ਬਰਾਬਰ ਹੈਗੇ ਹਨ, ਤਾਂ ਫਿਰ ਜਿਹੜਾ ਸਾਡਾ ਸਮਾਜ ਹੈ ਕੁਝ ਅੱਛਾ ਨਿਕਲ ਕੇ ਆਏਗਾ। ਮੈਂ ਇਹ ਨਹੀਂ ਕਹਿ ਰਹੀ, ਆਈ ਐਮ ਨਾਟ ਮਤਲਬ ਕਿ ਮੈਂ ਕੋਈ ਰਿਵੋਲਟ ਕਰਨ ਨੂੰ ਨਹੀਂ ਕਹਿ ਰਹੀ ਹੈਗੀ, ਮਤਲਬ ਕਿ ਔਰਤਾਂ ਨੂੰ ਰਿਵੋਲਟ ਦੀ ਜ਼ਰੂਰਤ ਹੈਗੀ, ਰਿਵੋਲਟ ਦੀ ਜ਼ਰੂਰਤ ਨਹੀਂ ਹੈਗੀ, ਬਟ ਸਟਿਲ ਕੋਆਪਰੇਸ਼ਨ ਦੀ ਜ਼ਰੂਰਤ ਜ਼ਰੂਰ ਹੈਗੀ ਹੈ। ਮਤਲਬ ਇਹ ਇਲਜ਼ਾਮ ਨਾ ਲੱਗੇ ਵੀ ਇਹ ਮੇਰਾ ਕੰਮ ਨਹੀਂ ਹੈਗਾ, ਇਹ ਮੇਰਾ ਕੰਮ ਨਹੀਂ ਹੈਗਾ। ਦੇਖੋ ਫਿਰ ਮੇਰਾ ਕੰਮ ਵੀ ਨਹੀਂ ਹੈਗਾ ਇਹ। ਬਿਲਕੁਲ, ਮੈਂ ਕੋਈ ਲਾਂਗਰੀ ਥੋੜੀ ਲੱਗੀ ਹੋਈ ਹਾਂ ਘਰ 'ਚ ਜੀ, ਮੇਰਾ ਵੀ ਕੋਈ ਸਟੇਟਸ ਹੈ ਨਾ ਘਰ ਵਿੱਚ। ਮੈਂ ਲਾਂਗਰੀ ਤਾਂ ਨਹੀਂ ਹੈਗੀ ਵੀ ਮੈਂ ਸਾਰਾ ਦਿਨ ਹੀ ਪ੍ਰਸ਼ਾਦੇ ਪਕਾਉਂਦੀ ਰਹੂੰਗੀ। ਸੋ ਕੈਟੇਗਰਾਈਜ਼ ਨਹੀਂ ਹੋਣਾ ਚਾਹੀਦਾ, ਕੰਮ ਇਜ਼ ਕੰਮ। ਹਾਂ, ਤੇ ਭਾਵੇਂ ਉਹ ਫਿਰ ਬਾਹਰ ਦਾ ਹੋਵੇ ਭਾਵੇਂ ਘਰ ਦਾ। ਪੋਜ਼ ਹਿਪੋਕ੍ਰੇਟ ਕਿ ਮੈਂ ਨਹੀਂ ਪ੍ਰਸ਼ਾਦੇ ਪਕਾਉਂਦਾ, ਜਦੋਂ ਲੋੜ ਹੈ ਤਾਂ ਤੁਸੀਂ ਵੀ ਪਕਾਓ। ਜੀ ਹਾਂਜੀ, ਬਿਲਕੁਲ। ਤੇ ਮੈਡਮ, ਕੋਈ ਸੰਦੇਸ਼ ਜਿਹੜਾ ਤੁਸੀਂ ਅੱਜ ਦੀਆਂ ਔਰਤਾਂ ਨੂੰ, ਅੱਜ ਦੀਆਂ ਕੁੜੀਆਂ ਨੂੰ ਦੇਣਾ ਚਾਹੋਗੇ? ਦੇਖੋ, ਸੰਦੇਸ਼ ਦੀ ਤਾਂ ਇਹ ਗੱਲ ਹੈ ਵੀ ਵੈਸੇ ਹੁਣ ਔਰਤ ਓਨੀ ਪਿੱਛੇ ਨਹੀਂ ਰਹਿ ਗਈ ਹੈਗੀ ਹੈ, ਓਨੀ ਪਿੱਛੇ ਨਹੀਂ ਰਹਿ ਗਈ ਜਿੰਨੀ ਅਸੀਂ ਮਤਲਬ ਪਹਿਲਾਂ ਸੀਗੀ, ਜਿੰਨੀ ਪਹਿਲਾਂ ਸੀ ਓਨੀ ਪਿੱਛੇ ਤਾਂ ਨਹੀਂ ਰਹਿ ਗਈ ਹੈਗੀ। ਪਰ ਫਿਰ ਵੀ ਮੈਂ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਕਿਸੇ ਵੀ ਗੱਲ ਨੂੰ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਤੇ ਕੋਈ ਪ੍ਰਤੀਬੰਧ ਲਗਾਉਣ ਦੀ ਜ਼ਰੂਰਤ ਨਹੀਂ ਹੈ। ਤੇ ਅਸੀਂ ਵੀ ਓਨੇ ਕੈਪੇਬਲ ਹਾਂ ਜਿੰਨਾ ਬੰਦਾ ਹੁੰਦਾ। ਔਰਤ ਓਨੀ ਹੀ ਕੈਪੇਬਲ ਹੈ ਜਿੰਨੀ ਕਿ ਸਮਾਜ ਵਿੱਚ ਮਰਦ ਹੈ। ਭਾਵੇਂ ਸਾਡਾ ਸਮਾਜ ਹਜੇ ਵੀ ਮਰਦ ਪ੍ਰਧਾਨ ਸਮਾਜ ਹੈ, ਪਰ ਸਟਿਲ ਔਰਤ ਕਾਫੀ ਅੱਗੇ ਆਈ ਹੈ ਹੁਣ ਸਟਰਗਲ ਤੋਂ ਬਾਅਦ। ਮੈਂ ਸੋਚਦੀ ਹੈਗੀ ਵੀ ਕਾਫੀ ਅੱਗੇ ਆ ਗਈ ਹੈਗੀ ਹੈ। ਹਾਂਜੀ, ਮਰਦਾਂ ਦੇ ਮੁਕਾਬਲੇ ਵਿੱਚ ਕਾਫੀ ਅੱਗੇ ਆ ਗਈ ਹੈਗੀ ਹੈ, ਅੱਗੇ ਹੋਰ ਵੀ ਅੱਗੇ ਵਧੇਗੀ। ਆਪਣੇ ਹਾਲਤਾਂ ਨੂੰ ਸੁਧਾਰਨ ਲਈ ਵਧਣਾ ਚਾਹੀਦਾ। ਬਿਲਕੁਲ, ਹਾਂਜੀ। ਅਗਰ ਅਸੀਂ ਨਹੀਂ ਅੱਗੇ ਵਧਾਂਗੇ ਤਾਂ ਫਿਰ ਆਬਵੀਅਸ ਹੈ ਕਿ ਕੋਈ ਸਾਡੇ ਨਾਲ ਵੀ ਨਹੀਂ ਖੜੇਗਾ। ਫਿਰ ਤਾਂ ਉਹ ਹੋ ਗਈ ਨਾ, ਇੱਕ ਪੈਰ ਨੂੰ ਰੱਸੀ ਬੰਨੀ ਹੋਈ ਹੈ, ਦੂਜੇ ਪੈਰ ਨਾਲ ਦੌੜੇ ਜਾ ਰਹੇ ਹਾਂ ਅਸੀਂ। ਦੌੜ ਨਹੀਂ ਫਿਰ ਅਸੀਂ ਸਕਦੇ, ਅਸੀਂ ਫਿਰ ਉਹਨਾਂ ਦੇ ਨਾਲ ਤੁਰ ਹੀ ਸਕਦੇ ਹਾਂ। ਹਾਂਜੀ, ਦੌੜ ਨਹੀਂ ਸਕਦੇ ਜੀ। ਫਿਰ ਤਾਂ ਇੱਕ ਬੰਦਾ ਹੀ ਦੌੜੀ ਜਾ ਰਿਹਾ, ਦੂਜੇ ਨੂੰ ਦੌੜਨ ਦਾ ਮੌਕਾ ਹੀ ਨਹੀਂ ਮਿਲ ਰਿਹਾ, ਰੇਸ ਵਿੱਚ ਹੈ ਨਹੀਂ ਉਹ। ਹਾਂਜੀ। ਅੱਛਾ ਮੈਮ, ਜਾਣ ਤੋਂ ਪਹਿਲਾਂ ਤੁਸੀਂ ਸਾਡੇ ਸਮਾਜ ਨੂੰ, ਸਾਡੀ ਸਰਕਾਰ ਨੂੰ ਕੀ ਸੁਧਾਰ ਕਰਨਾ ਚਾਹੀਦਾ ਹੈ ਔਰਤਾਂ ਦੇ ਲਈ? ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਸਰਕਾਰਾਂ ਕਰਦੀਆਂ ਤਾਂ ਕਾਫੀ ਕੁਛ ਹੈ, ਪਰ ਉਹ ਕਿਸ ਲੈਵਲ ਤੱਕ ਪਹੁੰਚਦਾ ਇਹਦੇ ਨਾਲ ਫਰਕ ਪੈਂਦਾ। ਤੇ ਮੇਰਾ ਖਿਆਲ ਜਿਹੜਾ ਹੁੰਦਾ ਨਾ ਆਪਣਾ ਜ਼ਮੀਨੀ ਲੈਵਲ ਜਿਹੜਾ ਹੁੰਦਾ, ਉੱਥੇ ਤੱਕ ਸਰਕਾਰਾਂ ਦੇ ਕੀਤੇ ਹੋਏ ਕੰਮ ਪੂਰੀ ਤਰ੍ਹਾਂ ਪਹੁੰਚਦੇ ਨਹੀਂ ਹੈਗੇ ਆ, ਪੂਰੀ ਤਰ੍ਹਾਂ ਪਹੁੰਚਦੇ ਨਹੀਂ ਹੈਗੇ। ਬਹੁਤ ਸਾਰੀਆਂ ਸਕੀਮਾਂ, ਬਹੁਤ ਸਾਰੇ ਕੰਮ, ਬਹੁਤ ਸਾਰੀਆਂ ਜਿਹਨੂੰ ਕਹਿੰਦੇ ਵੈਲਫੇਅਰਸ ਦਾ ਹੁੰਦਾ, ਸਾਰਾ ਕੁਛ ਮੈਂ ਦੇਖਦੀ ਹੈਗੀ ਹਾਂ, ਪਰ ਉਹ ਜ਼ਮੀਨੀ ਤਲ ਤੱਕ ਨਹੀਂ ਪਹੁੰਚਦਾ ਹੈਗਾ। ਤੇ ਸਰਕਾਰ ਨੂੰ ਚਾਹੀਦਾ ਵੀ ਇੱਕ
ਇਹੋ ਜਿਹੀ ਕੋਸ਼ਿਸ਼ ਚਾਹੀਦੀ ਹੈ ਕਿ ਜਿਹੜੀ ਕਿ ਇੱਕ ਬਰਾਬਰ ਦਾ ਮਤਲਬ ਦਰਜਾ ਲਿਆਉਣ ਵਾਸਤੇ ਔਰਤ ਨੂੰ ਜਿਹੜੀਆਂ ਐਫਰਟਸ ਕੀਤੀਆਂ ਜਾਂਦੀਆਂ ਉਹ ਉਹਦੇ ਤੱਕ ਪਹੁੰਚਾਈਆਂ ਵੀ ਜਾਣ, ਉਹਦੇ ਤੱਕ ਪਹੁੰਚਾਈਆਂ ਵੀ ਜਾਣ। ਇਹਦੇ ਵੀ ਦੇਖ ਲਓ, ਔਰਤ ਕੰਮ ਕਰਾਉਣ ਜਾਂਦੀ ਹੈ ਤਾਂ ਬੰਦੇ ਦਾ ਕੰਪਨੀ ਨਾਲ ਜ਼ਰੂਰ ਹੀ ਚਾਹੀਦੀ ਹੁੰਦੀ ਹੈ, ਉਹਨੂੰ ਨਾਲ ਹੀ ਲੈ ਕੇ ਜਾਂਦੀ ਹੈ। ਬਿਲਕੁਲ ਸਹੀ ਕਿਹਾ, ਨਾਲ ਹੀ ਲੈ ਕੇ ਜਾਂਦੀ ਹੈ। ਤੇ ਜੇ ਔਰਤ ਤੱਕ ਜ਼ਮੀਨੀ ਲੈਵਲ ਤੱਕ ਉਹ ਗੱਲ ਪਹੁੰਚੀ ਹੋਈ ਹੋਵੇ ਤੇ ਫਿਰ ਉਹ ਥੋੜਾ ਜਿਹਾ ਤਾਂ ਫਰਕ ਪੈ ਹੀ ਜਾਊਗਾ, ਜੇ ਜ਼ਿਆਦਾ ਨਹੀਂ ਪਊਗਾ ਮੇਰੇ ਹਿਸਾਬ ਨਾਲ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ ਕਿ ਸੁਧਾਰ ਉਸ ਦਿਨ ਹੋਏਗਾ ਜਿਸ ਦਿਨ ਔਰਤ ਖੁਦ ਜਾ ਕੇ ਆਪਣਾ ਹੱਕ ਲੈ ਸਕੇਗੀ। ਹਾਂ, ਹਜੇ ਵੀ ਅਸੀਂ ਮਤਲਬ ਉਹ ਕਹਿੰਦੇ ਆ ਵੀ ਕਾਫੀ ਹੱਦ ਤੱਕ ਡਿਪੈਂਡ ਕਰਦੇ ਹਾਂ ਔਨ ਦੀ ਕੰਪਨੀ ਆਫ ਦੀ ਮੈਨ, ਔਨ ਦੀ ਕੰਪਨੀ ਆਫ ਦੀ ਮੈਨ, ਕਿ ਮੇਰੇ ਨਾਲ ਇਹ ਤੁਰੇ ਤਾਂ ਮੈਂ ਉੱਥੇ ਜਾਵਾਂਗੀ, ਅੱਗੇ ਜਾ ਸਕੂੰਗੀ। ਔਰ ਕੁਝ ਫੈਕਟਰ ਹੁੰਦੇ ਵੀ ਹੈ ਕਿ ਜਿਨ੍ਹਾਂ ਨੂੰ ਔਰਤ ਨੂੰ ਅਵੋਇਡ ਕਰਨਾ ਹੀ ਪੈਂਦਾ, ਜਿੱਥੇ ਬੰਦੇ ਨੂੰ ਨਾਲ ਲਿਜਾਣਾ ਹੀ ਪੈਂਦਾ ਹੈਗਾ। ਤੇ ਸਾਡੇ ਸਮਾਜਕ 'ਚ ਜਿਹੜੇ ਜਿਹਨੂੰ ਕਹਿੰਦੇ ਮੈਲ ਪ੍ਰੈਕਟਿਸਿਸ ਜਿਹੜੀਆਂ ਚੱਲ ਰਹੀਆਂ ਹੁੰਦੀਆਂ, ਉਹਨਾਂ ਤੋਂ ਵੀ ਤਾਂ ਮਤਲਬ ਔਰਤ ਨੂੰ ਹੀ ਬਚਣਾ ਪੈਂਦਾ, ਬੰਦੇ ਨੂੰ ਤਾਂ ਬਚਣਾ ਨਹੀਂ ਪੈਂਦਾ। ਬੰਦੇ ਨੂੰ ਤਾਂ ਬਚਣਾ ਨਹੀਂ ਪੈਂਦਾ ਹੈਗਾ। ਕੋਈ ਵੀ ਇਲਜ਼ਾਮ ਹੈ ਉਹ ਪਹਿਲਾਂ ਔਰਤ 'ਤੇ ਲੱਗਦਾ, ਜੇ ਕੁਝ ਗਲਤ ਹੁੰਦਾ ਬੰਦੇ 'ਤੇ ਨਹੀਂ ਲੱਗਦਾ ਹੈਗਾ। ਬਿਲਕੁਲ, ਤੁਸੀਂ ਸਮਝ ਰਹੇ ਮੈਂ ਕੀ ਕਹਿ ਰਹੀ ਹਾਂ? ਜੀ ਬਿਲਕੁਲ। ਹਾਂਜੀ, ਤੇ ਮੈਮ ਬਹੁਤ ਚੰਗਾ ਲੱਗਾ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਤੇ ਮੈਂ ਤੁਹਾਡੇ ਕੋਲੋਂ ਹੁਣ ਇਜਾਜ਼ਤ ਲੈਣਾ ਚਾਹਾਂਗੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਇੰਨਾ ਜਿਹਾ ਸਮਾਂ ਕੱਢਿਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਮੈਂ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਂਦੀ ਹਾਂ। ਤੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗੀ, ਬਹੁਤ ਸੋਹਣੀ ਗੱਲ ਕਹੀ ਹੈ ਮੈਮ ਨੇ ਕਿ ਨਾ ਤਾਂ ਔਰਤ ਮਰਦ ਤੋਂ ਉੱਤੇ ਹੈ ਤੇ ਨਾ ਹੀ ਨੀਚੇ ਹੈ, ਇਹ ਦੋਵੇਂ ਬਰਾਬਰ ਹੈ। ਜਿਸ ਦਿਨ ਇਹ ਗੱਲ ਸਾਡੇ ਸਮਾਜ ਨੂੰ ਸਮਝ ਆ ਜਾਏਗੀ, ਉਸ ਦਿਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਵੂਮੈਨਸ ਡੇ ਜਿਹੜਾ ਹੈ ਉਹ ਵੀ ਮਨਾਉਣ ਦੀ ਜ਼ਰੂਰਤ ਨਹੀਂ ਪਏਗੀ, ਕਿ ਇੱਕ ਸਪੈਸ਼ਲ ਡੇ ਜਿਹੜਾ ਅਸੀਂ ਮਨਾਉਂਦੇ ਹਾਂ, ਕਿਉਂਕਿ ਉਸ ਦਿਨ ਅਸੀਂ ਇਕੁਅਲ ਹੋ ਜਾਵਾਂਗੇ ਦੋਵੇਂ, ਨਾ ਮਰਦ ਰਹੇਗਾ ਨਾ ਔਰਤ, ਉਹ ਇੱਕ ਹੋ ਜਾਣਗੇ। ਤਾਂ ਮੈਨੂੰ ਲੱਗਦਾ ਹੈ ਕਿ ਉਹ ਦਿਨ ਜਿਹੜਾ ਹੋਏਗਾ ਸਭ ਤੋਂ ਵਧੀਆ ਹੋਏਗਾ। ਤੇ ਹੁਣ ਮੈਂ ਤੁਹਾਡੇ ਕੋਲੋਂ ਵੀ ਇਜਾਜ਼ਤ ਮੰਗਦੀ ਹਾਂ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੀ। ਤਦ ਤੱਕ ਤੁਸੀਂ ਦੇਖਦੇ ਰਹੋ ਸਾਡਾ ਨਿਊਜ਼ ਓਨਲੀ ਚੈਨਲ। ਸਤਿ ਸ਼੍ਰੀ ਅਕਾਲ ਜੀ।